ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ। ਗੁਰੂ ਦੀ ਸੇਵਾ ਲਈ ਆਪਣੇ ਆਪ ਨੂੰ ਸਮਰਪਿਤ ਕਰਨ ਵਾਲਾ ਹਮੇਸ਼ਾ ਫਾਇਦੇ ਹੀ ਫਾਇਦੇ ਯਾਨੀ ਕਿ ਮੁਨਾਫੇ ਹੀ ਮੁਨਾਫੇ ਵਿੱਚ ਰਹਿੰਦਾ ਹੈ। ਕਈ ਵਾਰ ਛੋਟੀ ਛੋਟੀ ਬਹੁਤ ਵਿਸ਼ਾਲ ਅਤੇ ਵੱਡੀ ਸੇਵਾ ਦਾ ਰੂਪ ਧਾਰਨ ਕਰ ਲੈਂਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਜੀ ਵਿਜੇਵਾੜਾ ਨਗਰ ਵੱਲੋਂ ਦੱਖਣ ਹੈਦਰਾਬਾਦ ਪਹੁੰਚੇ। ਉੱਥੇ ਇੱਕ ਇਕਾਂਤ ਸਥਾਨ ਉੱਤੇ ਝੀਲ ਦੇ ਕੰਢੇ ਗੁਰੂਦੇਵ ਜੀ ਜਦੋਂ ਅੰਮ੍ਰਿਤ ਵੇਲੇ ਦੇ ਸਮੇਂ ਪ੍ਰਭੂ ਵਡਿਆਈ ਵਿੱਚ ਕੀਰਤਨ ਕਰ ਰਹੇ ਸਨ ਤਾਂ ਉੱਥੇ ਵੱਲੋਂ ਇੱਕ ਸ਼੍ਰਮਿਕ ਬਾਲਣ ਲਈ ਲੱਕੜੀ ਲੈਣ ਜੰਗਲ ਨੂੰ ਜਾ ਰਿਹਾ ਸੀ। ਮਿੱਠੀ ਬਾਣੀ ਦੇ ਖਿੱਚ ਵੱਲੋਂ ਉਹ ਅੱਗੇ ਨਹੀਂ ਵੱਧ ਪਾਇਆ ਅਤੇ ਉੱਥੇ ਹੀ ਰੁਕ ਕੇ ਗੁਰੂ ਨਾਨਕ ਪਾਤਸ਼ਾਹ ਦੇ ਨਜ਼ਦੀਕ ਬੈਠ ਕੇ ਕੀਰਤਨ ਰਸਾਸਵਾਦਨ ਕਰਦਾ ਰਿਹਾ। ਕੀਰਤਨ ਦੇ ਅੰਤ ਉੱਤੇ ਪਾਤਸ਼ਾਹ ਵੱਲੋਂ ਅਨੁਰੋਧ ਕਰਨ ਲੱਗਾ ਕਿ ਤੁਸੀਂ ਕਿਰਪਾ ਕਰਕੇ ਸਾਡੇ ਘਰ ਪਧਾਰੋ। ਗੁਰੂ ਨਾਨਕ ਪਾਤਸ਼ਾਹ ਨੇ ਉਸ ਦੇ ਪ੍ਰੇਮ ਨੂੰ ਜਾਣ ਕੇ ਉਸ ਦੇ ਇੱਥੇ ਆਰਾਮ ਕਰਨਾ ਸਵੀਕਾਰ ਕਰ ਲਿਆ। ਸ਼ਰਮਿਕ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਬਹੁਤ ਇੱਜ਼ਤ ਭਾਵ ਵੱਲੋਂ ਭੋਜਨ ਕਰਾਇਆ, ਪਰ ਹਾਲਾਂਕਿ ਉਹ ਤਾਂ ਗਰੀਬ ਸੀ, ਸੋ ਦੂਜੀ ਵਾਰ ਦੇ ਭੋਜਨ ਲਈ ਉਸ ਦੇ ਕੋਲ ਕੁਝ ਵੀ ਨਹੀਂ ਸੀ ਅਤੇ ਕੁਝ ਪੈਸਾ ਅਰਜਿਤ ਕਰਨ ਲਈ ਉਹ ਨਗਰ ਦੇ ਵੱਲ ਚੱਲ ਪਿਆ। ਨਗਰ ਵਿੱਚ ਜਾ ਕੇ ਵੇਖਿਆ ਤਾਂ ਪਤਾ ਚੱਲਿਆ ਕਿ ਮਕਾਮੀ ਰਾਜਾ ਨੇ ਆਪਣੇ ਇੱਥੇ ਇੱਕ ਕੁਸ਼ਤੀ ਦਾ ਪ੍ਰਬੰਧ ਕੀਤਾ ਹੋਇਆ ਸੀ। ਉਸ ਖੇਤਰ ਦਾ ਪ੍ਰਸਿੱਧ ਪਹਿਲਵਾਨ ਮਸਕੀਨੀਆਂ, ਜੋ ਕਿ ਉਪਾਧੀ ਪ੍ਰਾਪਤ ਕਰ ਚੁੱਕਿਆ ਸੀ ਅਤੇ ਅਨੇਕ ਸਥਾਨਾਂ ਵੱਲੋਂ ਜੇਤੂ ਘੋਸ਼ਿਤ ਹੋ ਰਿਹਾ ਸੀ, ਉਹ ਚੁਣੌਤੀ ਦੇ ਰਿਹਾ ਸੀ, ਹੈ ਕੋਈ ਮਾਈ ਦਾ ਲਾਲ ਜੋ ਮੇਰੇ ਤੋਂ ਕੁਸ਼ਤੀ ਕਰ ਸਕੇ। ਘਰ ਵਿੱਚ ਪ੍ਰਸ਼ਾਸਨ ਦੇ ਵੱਲੋਂ ਡੋਂਡੀ ਪਟਵਾ ਕੇ ਘੋਸ਼ਣਾ ਕੀਤੀ ਜਾ ਰਹੀ ਸੀ ਕਿ ਜੇਕਰ ਕੋਈ ਵੀ ਮਸਕੀਨੀਆ ਪਹਿਲਵਾਨ ਦੀ ਚੁਣੌਤੀ ਸਵੀਕਾਰ ਕਰੇਗਾ ਉਸ ਨੂੰ ਜੇਤੂ ਹੋਣ ਉੱਤੇ 500 ਰੁਪਏ ਇਨਾਮ ਸਵਰੂਪ ਦਿੱਤੇ ਜਾਣਗੇ। ਜੇਕਰ ਉਹ ਹਾਰ ਜਾਂਦਾ ਹੈ ਤਾਂ ਉਸ ਨੂੰ 100 ਰੁਪਏ ਨੁਕਸਾਨ ਪੂਰਤੀ ਦੇ ਰੂਪ ਵਿੱਚ ਦਿੱਤੇ ਜਾਣਗੇ। ਇਹ ਘੋਸ਼ਣਾ ਸੁਣ ਕੇ ਗਰੀਬ ਸ਼੍ਰਮਿਕ ਨੇ ਮਨ ਵਿੱਚ ਸੋਚਿਆ, ਜੇਕਰ ਮੈਂ ਇਸ ਚੁਣੌਤੀ ਨੂੰ ਸਵੀਕਾਰ ਕਰ ਲੈਂਦਾ ਹਾਂ ਤਾਂ ਮੈਨੂੰ ਹਾਰ ਹੋਣ ਉੱਤੇ ਵੀ ਨੁਕਸਾਨ ਪੂਰਤੀ ਵਿੱਚ ਰੁਪਏ ਮਿਲਣਗੇ, ਜਿਸ ਦੇ ਨਾਲ ਮੈਂ ਘਰ ਉੱਤੇ ਠਹਿਰੇ ਹੋਏ ਫਕੀਰਾਂ ਦੀ ਭੋਜਨ ਵਿਵਸਥਾ ਕਰਕੇ ਉਹਨਾਂ ਦੀ ਸੇਵਾ ਵਿੱਚ ਖਰਚ ਕਰ ਦੇਵਾਂਗਾ ਤਾਂ ਮੈਨੂੰ ਪੁੰਨ ਕਮਾ ਸਕਦਾ ਹਾਂ। ਅਤੇ ਉਸ ਨੇ ਇਹ ਚੁਣੌਤੀ ਤੁਰੰਤ ਸਵੀਕਾਰ ਕਰਨ ਦੀ ਘੋਸ਼ਣਾ ਕਰ ਦਿੱਤੀ, ਜਦੋਂ ਕਿ ਉਹ ਜਾਣਦਾ ਸੀ ਭਲੇ ਹੀ ਉਹ ਹਸ਼ਟ-ਪੁਸ਼ਟ ਹੈ, ਪਰ ਪਹਿਲਵਾਨ ਦੇ ਸਾਹਮਣੇ ਟਿਕ ਪਾਉਣਾ ਉਸ ਦੇ ਵੱਸ ਦੀ ਗੱਲ ਨਹੀਂ। ਉਸ ਦੇ ਇੱਕ ਝਟਕੇ ਵਿੱਚ ਉਸ ਦੀਆਂ ਹੱਡੀਆਂ ਟੁੱਟ ਜਾਣਗੀਆਂ, ਪਰ ਉਸ ਦੇ ਸਾਹਮਣੇ ਇੱਕ ਆਦਰਸ਼ ਸੀ ਜਿਸ ਲਈ ਉਹ ਆਪਣੇ ਪ੍ਰਾਣਾਂ ਦੀ ਆਹੂਤੀ ਦੇਣ ਵਿੱਚ ਤਤਪਰ ਸੀ। ਵਿਸ਼ਾਲ ਵਿਅਕਤੀ ਸਮੂਹ ਦੇ ਸਾਹਮਣੇ ਅਖਾੜੇ ਵਿੱਚ ਜਦੋਂ ਜੇਤੂ ਮਸਕੀਨੀਆਂ ਅਪੜਿਆ ਤਾਂ ਉਸ ਨੂੰ ਆਪਣੇ ਸਾਹਮਣੇ ਇੱਕ ਸਧਾਰਨ ਜਵਾਨ ਨੂੰ ਵੇਖ ਕੇ ਹੈਰਾਨੀ ਹੋਈ ਅਤੇ ਉਹ ਵਿਅੰਗ ਭਰਿਆ ਬੋਲਿਆ, ਹੇ ਜਵਾਨ, ਕਿਉਂ ਬਿਨਾਂ ਕਾਰਨ ਮੇਰੇ ਹੱਥੋਂ ਮਰਨਾ ਚਾਹੁੰਦਾ ਹੈ? ਕਿ ਤੈਨੂੰ ਆਪਣਾ ਜੀਵਨ ਪਿਆਰਾ ਨਹੀਂ? ਇਸ ਦੇ ਜਵਾਬ ਵਿੱਚ ਸ਼ਰਮਿਕ ਜਵਾਨ ਬੋਲਿਆ ਕਿ ਗੱਲ ਅਜਿਹੀ ਹੈ ਕਿ ਮੇਰੇ ਇੱਥੇ ਸੰਤ ਪਧਾਰੇ ਹਨ, ਉਹਨਾਂ ਦੀ ਭੋਜਨ ਵਿਵਸਥਾ ਲਈ ਮੈਨੂੰ ਧਨ ਦੀ ਅਤੀ ਲੋੜ ਹੈ। ਬਸ ਇਸ ਕੰਮ ਲਈ ਮੈਂ ਆਪਣੇ ਜੀਵਨ ਨੂੰ ਉਹਨਾਂ ਉੱਤੇ ਨਿਸ਼ਾਵਰ ਕਰਨ ਲਈ ਤਿਆਰ ਹਾਂ। ਇਹ ਸੁਣਦੇ ਹੀ ਅਭਿਮਾਨੀ ਮਸਕੀਨੀਆਂ ਉੱਤੇ ਵਰਜਪਾਤ ਹੋਇਆ। ਉਸ ਦਾ ਮਨ ਭਰ ਆਇਆ, ਉਹ ਪਸੀਜ ਗਿਆ ਅਤੇ ਉਸ ਦਾ ਹੰਕਾਰ ਪਲ ਭਰ ਵਿੱਚ ਜਾਂਦਾ ਰਿਹਾ। ਉਹ ਸੋਚਣ ਲੱਗਾ, ਜੇਕਰ ਉਸ ਨੂੰ ਵੀ ਅਜਿਹੀ ਸੇਵਾ ਵਿੱਚ ਵਿਅਕਤੀ ਦਾ ਹੱਥ ਵਟਾਉਣ ਦਾ ਸ਼ੁਭ ਮੌਕਾ ਮਿਲ ਜਾਵੇ ਤਾਂ ਸ਼ਾਇਦ ਉਸ ਦਾ ਵੀ ਕਲਿਆਣ ਹੋ ਜਾਵੇ। ਉਸ ਨੇ ਤੁਰੰਤ ਫੈਸਲਾ ਲਿਆ ਕਿ ਉਹ ਆਪਣੀ ਉਪਾਧੀ ਇਸ ਸ਼੍ਰਮਿਕ ਜਵਾਨ ਨੂੰ ਦੇ ਦੇਵੇਗਾ, ਜਿਸ ਵੱਲੋਂ ਬਾਕੀ ਦਾ ਜੀਵਨ ਸ਼ਾਂਤ ਸਹਿਜ ਗੁਜ਼ਾਰਨ ਦੀ ਖੁਸ਼ੀ ਲਵੇਗਾ। ਅਤੇ ਹੁਣ ਇਸ ਵਿੱਚ ਉਸ ਦਾ ਭਲਾ ਹੈ। ਕੁਸ਼ਤੀ ਸ਼ੁਰੂ ਹੋਈ। ਦੋਨਾਂ ਵੱਲੋਂ ਦਾਅ ਪੇਚ ਲਾਉਣ ਲੱਗੇ। ਵੇਖਦੇ ਹੀ ਵੇਖਦੇ ਇੱਕ ਹੀ ਝਟਕੇ ਵਿੱਚ ਸ਼੍ਰਮਿਕ ਜਵਾਨ ਨੇ ਮਸਕੀਨੀਆ ਪਹਿਲਵਾਨ ਨੂੰ ਪਟਕ ਕੇ ਧਰਾਸ਼ਾਈ ਕਰ ਦਿੱਤਾ। ਵਾਸਤਵ ਵਿੱਚ ਮਸਕੀਨੀਆ ਪਹਿਲਵਾਨ ਨੇ ਜਵਾਨ ਦਾ ਪ੍ਰਤੀਰੋਧ ਹੀ ਨਹੀਂ ਕੀਤਾ ਸੀ, ਜਿਸ ਦੇ ਨਾਲ ਉਹ ਪਲ ਭਰ ਵਿੱਚ ਹਾਰ ਘੋਸ਼ਿਤ ਹੋ ਗਿਆ। ਸ਼੍ਰਮਿਕ ਜਵਾਨ ਨੂੰ ਪ੍ਰਸ਼ਾਸਨ ਦੇ ਵੱਲੋਂ ਸਨਮਾਨਿਤ ਕਰਦੇ ਹੋਏ ਇਨਾਮ ਦੀ ਨਿਰਧਾਰਤ ਰਾਸ਼ੀ, ਨਕਦ ਪੈਸਾ ਅਤੇ ਉਪਾਧੀ ਉਹਨਾਂ ਹੀ ਪ੍ਰਦਾਨ ਕਰ ਦਿੱਤੀ, ਜਿਸ ਦੇ ਨਾਲ ਹੀ ਉਹ ਖੁਸ਼ੀ-ਖੁਸ਼ੀ ਘਰ ਪਰਤਿਆ। ਮਸਕੀਨੀਆ ਪਹਿਲਵਾਨ ਵੀ ਉਸ ਦੇ ਨਾਲ ਚੱਲ ਕੇ
ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨਾਂ ਲਈ ਅਪੜਿਆ। ਗੁਰੂ ਨਾਨਕ ਪਾਤਸ਼ਾਹ ਨੇ ਉਸ ਦੀ ਕੁਰਬਾਨੀ ਅਤੇ ਨਿਮਰਤਾ ਲਈ ਉਸ ਨੂੰ ਆਸ਼ੀਰਵਾਦ ਦਿੱਤਾ ਅਤੇ ਕਿਹਾ, ਹਮੇਸ਼ਾ ਸੁਖੀ ਵਸੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।